ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਜਿੱਥੇ ਪੇਚਾ ਖੇਤੀ ਬਿੱਲਾਂ ਨੂੰ ਲੈ ਕੇ ਦਿੱਲੀ ਵਿੱਚ ਫਸਿਆ ਹੋਇਆ ਹੈ, ਉੱਥੇ ਹੁਣ ਇੱਕ ਨਵਾਂ ਮੋੜ ਇਸ ਪੂਰੇ ਮਾਮਲੇ 'ਚ ਆ ਗਿਆ, ਜਿੱਥੇ ਕਿ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਦੇਣ ਦੀ ਗੱਲ ਆਖੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਪਾਰਿਤ ਕੀਤਾ ਗਿਆ ਸੀ, ਤਾਂ ਉਸ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਨਾਲ ਵੀ ਮੀਟਿੰਗ ਹੋਈ, ਲੇਕਿਨ ਕੇਂਦਰ ਸਰਕਾਰ ਨੇ ਸਿੱਧਾ ਆਖ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਦੇਣਗੇ। ਤਾਂ ਪੰਜਾਬ ਦੇ ਵਿੱਚ ਕੱਲ ਫਸਲ ਦੀ ਖਰੀਦ ਸ਼ੁਰੂ ਹੋ ਰਹੀ ਹੈ, ਤਾਂ ਉਸ ਤੋਂ ਪਹਿਲੇ ਆੜਤੀ ਅਤੇ ਮਜ਼ਦੂਰ ਵਰਗ ਕੀ ਸੋਚਦੇ ਨੇ? ਕਿਆ ਇਹ ਸੰਭਵ ਹੋ ਪਾਏਗਾ ਕਿ ਡਾਇਰੈਕਟ ਪੇਮੈਂਟ ਦੇ ਨਾਲ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ, ਜਾਂ ਫਸਲ ਕਿੱਦਾਂ ਖਰੀਦੀ ਜਾਏਗੀ, ਕਿੱਦਾਂ ਚੁੱਕੀ ਜਾਏਗੀ? ਤਾਂ ਇਹਨੂੰ ਲੈ ਕੇ ਬਹੁਤ ਵੱਡਾ ਸਵਾਲ ਹੈ। ਮੁੱਖ ਮੰਤਰੀ ਸਾਹਿਬ ਖੁਦ ਇਸ ਮਾਮਲੇ ਦੇ ਵਿੱਚ ਆੜਤੀਆਂ ਨਾਲ ਮੀਟਿੰਗ ਵੀ ਕਰ ਰਹੇ ਨੇ, ਲੇਕਿਨ ਸਿੱਟਾ ਕੋਈ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਲੇਕਿਨ ਅੱਜ ਅਸੀਂ ਪੰਜਾਬ ਦੀ ਇੱਕ ਭਗਤਾਂ ਵਾਲਾ ਦਾਣਾ ਮੰਡੀ, ਜੋ ਕਿ ਇੱਕ ਬਹੁਤ ਵੱਡੀ ਦਾਣਾ ਮੰਡੀ ਮੰਨੀ ਜਾਂਦੀ ਹੈ, ਤਾਂ ਖੰਨਾ ਦਾਣਾ ਮੰਡੀ ਤੋਂ ਬਾਅਦ ਇਸ ਮੰਡੀ ਦਾ ਨਾਮ ਆਉਂਦਾ, ਜਿੱਥੇ ਅਸੀਂ ਅੱਜ ਆੜਤੀ ਅਤੇ ਮਜ਼ਦੂਰ ਵਰਗ ਨਾਲ ਗੱਲ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਪੂਰਨ ਤੌਰ ਤੇ ਤਿਆਰ ਹੈ। ਕੱਲ ਫਸਲ ਆਣੀ ਹੈ, ਲੇਕਿਨ ਡਾਇਰੈਕਟ ਬੈਂਕ ਟ੍ਰਾਂਸਫਰ DBT ਜਿਹਨੂੰ ਕਿਹਾ ਜਾਂਦਾ ਹੈ, ਉਹਨੂੰ ਲੈ ਕੇ ਪੇਚਾ ਕੇਂਦਰ ਸਰਕਾਰ ਅਤੇ ਆੜਤੀਆਂ ਔਰ ਸਰਕਾਰ ਦੇ ਵਿੱਚ ਫਸਦਾ ਆਇਆ ਨਜ਼ਰ ਆ ਰਿਹਾ ਹੈ। ਤਾਂ ਸਾਡੇ ਨਾਲ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵੀ ਨੇ, ਆੜਤੀ ਸਾਹਿਬਾਨ ਵੀ ਨੇ, ਕਿਉਂਕਿ ਸਰਕਾਰ ਸਿੱਧੇ ਤੌਰ ਤੇ ਆੜਤੀਆਂ ਨੂੰ ਬਾਹਰ ਕੱਢ ਕੇ ਕਿਸਾਨਾਂ ਨੂੰ ਸਿੱਧੀ ਪੇਮੈਂਟ ਦੇਣਾ ਚਾਹੁੰਦੀ ਹੈ। ਤਾਂ ਅਸੀਂ ਅੱਜ ਇੱਕ ਵਰਗ ਨਾਲ ਗੱਲਬਾਤ ਕਰਾਂਗੇ, ਨਾਲ ਮੰਡੀ ਦੀ ਵੀ ਤਸਵੀਰ ਇਸ ਕਰਕੇ ਦਿਖਾ ਰਹੇ ਹਾਂ ਕਿ ਅਸੀਂ ਗਰਾਊਂਡ ਜ਼ੀਰੋ ਤੇ ਆ ਕੇ ਤੁਹਾਨੂੰ ਦੱਸ ਰਹੇ ਹਾਂ ਕਿ ਆਖਿਰਕਾਰ ਸੰਭਵ ਕਿਸ ਤਰ੍ਹਾਂ। ਸਭ ਤੋਂ ਪਹਿਲੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਿਹੜੇ ਨੇ ਤੁਲੀ ਸਾਹਿਬ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਜੇਕਰ ਇਹ ਤਰੀਕਾ ਜੋ ਪੇਸ਼ ਕੀਤਾ ਜਾਂਦਾ ਹੈ, ਕਿਆ ਸੰਭਵ ਹੈ ਕਿ ਜੇਕਰ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਜਾਂਦੀ ਹੈ, ਸਰਕਾਰ ਕਹਿ ਰਹੀ ਹੈ ਇਹਦੇ ਨਾਲ ਬਹੁਤ ਫਾਇਦਾ ਕਿਸਾਨਾਂ ਨੂੰ ਹੋਏਗਾ, ਬਤੌਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕੀ ਕਹਿਣਾ ਚਾਹੋਗੇ? ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਜੀ, ਜਿਹੜੀ ਡਾਇਰੈਕਟ ਪੇਮੈਂਟ ਹੈ, ਇਹਦਾ ਕਿਸਾਨ ਨੂੰ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ, ਆੜਤੀ ਨੂੰ ਵੀ ਨੁਕਸਾਨ ਹੈ, ਲੇਕਿਨ ਉੱਥੇ ਮਜ਼ਦੂਰਾਂ ਨੂੰ ਵੀ ਨੁਕਸਾਨ ਹੈ। ਮਜ਼ਦੂਰਾਂ ਨੂੰ ਇਸ ਗੱਲ ਦਾ ਨੁਕਸਾਨ ਹੈ ਕਿ ਜਿਹੜੀ ਉਹਦੀ ਸਾਡੀ ਮਜ਼ਦੂਰੀ ਪੰਜਾਬ ਮੰਡੀ ਬੋਰਡ ਵੱਲੋਂ ਪਾਸ ਕੀਤੀ ਜਾਂਦੀ ਹੈ, ਉਹਦੇ ਵਿੱਚ ਕੁਝ ਹਿੱਸਾ, ਅੱਧ ਦਾ ਹਿੱਸਾ ਕਿਸਾਨ ਦੇ ਖਾਤੇ 'ਚੋਂ ਮਜ਼ਦੂਰੀ ਲੈਂਦੇ ਆ। ਅੱਗੇ ਉਹ ਜਿਹੜੀ ਪੈਸੇ ਆ ਉਹ ਆੜਤੀ ਨੂੰ ਆਉਂਦੇ ਸੀ, ਆੜਤੀ ਕਿਸਾਨ ਦੇ ਖਾਤੇ 'ਚੋਂ ਮਜ਼ਦੂਰੀ ਕੱਟ ਕੇ ਤੇ ਜਿਹੜੀ ਅਗਲੇ ਬੰਨਿਓ ਆਉਂਦੀ ਹੈ ਪੂਰੀ ਜੋੜ ਕੇ ਸਾਨੂੰ ਦੇ ਦਿੰਦੇ ਸੀ। ਲੇਕਿਨ ਅੱਜ ਜੇ ਸਰਕਾਰ ਕਹਿੰਦੀ ਸੈਂਟਰ ਦੀ ਵੀ ਅਸੀਂ ਕਿਸਾਨ ਨੂੰ ਡਾਇਰੈਕਟ ਪੈਸੇ ਪਾਣੇ ਆ, ਉੱਥੇ ਸਾਡੀ ਮਜ਼ਦੂਰੀ 6 ਰੁਪਏ 6 ਪੈਸੇ ਜਿਹੜਾ ਕਿਸਾਨ ਦਾ ਹਿੱਸੇ ਦੀ ਮਜ਼ਦੂਰੀ ਹੈ, ਉਹ ਸਾਨੂੰ ਘੱਟ ਮਿਲਣ ਦਾ ਖਤਰਾ ਹੈ। ਪਰ ਕਿਸਾਨ ਦੇ ਦੇਗਾ ਤੁਹਾਨੂੰ? ਕਿਸਾਨ ਇਸ ਤਰ੍ਹਾਂ ਕਿਸ ਤਰ੍ਹਾਂ ਦੇਗਾ? ਕਿਸਾਨ ਦੇ ਕੋਲ ਜਦੋਂ ਫਸਲ ਲੈ ਕੇ ਆਉਂਦੇ, ਕਿਸਾਨ ਕੋਲ ਤੇ 100-200 ਵੀ ਨਹੀਂ ਜੇਬ 'ਚ ਹੁੰਦਾ। ਹਰ ਕਿਸਾਨ ਕੋ ਕਿਸ ਤਰ੍ਹਾਂ ਉਹਦੀ ਗਿਣ ਕੇ ਮਜ਼ਦੂਰੀਆਂ ਲਵਾਂਗੇ? ਇਹ ਸਿਸਟਮ ਬੜਾ ਲੰਬਾ ਹੈ। 132 ਲੱਖ ਟਨ ਕਣਕ ਪੰਜਾਬ 'ਚ ਹੋਣੀ ਹੈ, 9 ਲੱਖ ਦੇ ਕਰੀਬ ਮੇਰਾ ਬੰਦਾ ਹੈ, ਔਰ 15 ਲੱਖ ਦੇ ਕਰੀਬ ਕਿਸਾਨ ਹੈ ਪੰਜਾਬ 'ਚ। ਕਿਹੜਾ ਹਰ ਵੇਲੇ ਹਰ ਢੇਰੀ ਦੀ ਵੀ ਉਹਦੀ ਮਜ਼ਦੂਰੀ ਲਾਗੇ ਗਿਣ ਕੇ ਲਏਗਾ? ਇਹਦਾ ਤਾਂ ਨੁਕਸਾਨ ਅਲਟੀਮੇਟਲੀ ਤੇ ਮੰਡੀਆਂ ਖਤਮ ਕਰਨ ਵਾਲਾ ਸਿਸਟਮ ਹੈ ਔਰ ਕਾਰਪੋਰੇਟ ਘਰਾਣਿਆਂ ਨੂੰ ਵਧਾਉਣ ਵਾਲਾ ਸਿਸਟਮ। ਪਰ ਜਦੋਂ ਕਿਸਾਨ ਕੋ ਪੈਸੇ ਕਹਿੰਦੇ ਡਾਇਰੈਕਟ ਚਲੇ ਜਾਣਗੇ, ਤਾਂ ਤੁਹਾਨੂੰ ਡਾਇਰੈਕਟ ਬੈਂਕ ਚੋਂ ਕਢਾ ਕੇ ਵੀ ਦੇ ਸਕਦਾ। ਪਰ ਸਰ, ਅਸੀਂ ਕਿਸਾਨ ਦੇ ਮਗਰ ਰਵਾਂਗੇ ਆਪਣੀ ਮਜ਼ਦੂਰੀ ਲੈਣ ਵਾਸਤੇ। ਹੁਣ ਤਾਂ ਇੱਕ ਆੜਤੀ ਦੀ ਦੁਕਾਨ ਤੇ ਅਸੀਂ ਕੰਮ ਕੀਤਾ, ਉਹਦੀ ਦੁਕਾਨ ਤੇ 15,000 ਬੋਰੀ ਤੁੱਲੀ, 20,000 ਤੁੱਲੀ, 30,000 ਤੁੱਲੀ, ਉਹਦੀ ਗਿਣਤੀ ਕੀਤੀ। ਕਿਸਾਨ ਆੜਤੀ ਵੱਲ ਸਾਡੇ ਪੈਸੇ ਆ ਗਏ, ਅਸੀਂ ਉਹਦੇ ਕੋਲ ਜਿੰਨੀ ਲੋੜ ਸਰ, ਇੱਦਾਂ ਇੱਕ ਜੱਟ ਵੱਲ 200 ਬਣਦਾ, ਇੱਕ ਵੱਲ 500 ਬਣਦਾ, ਤੇ ਅਸੀਂ ਪਿੰਡ ਇਹਨਾਂ ਕੋਲ ਪੈਸੇ ਲੈਣ ਜਾਵਾਂਗੇ। ਇਸ ਕਰਕੇ ਸਾਨੂੰ ਬੜੀ ਮੁਸ਼ਕਲ ਹੈ। ਇਸ ਸਬੰਧ ਦੇ ਵਿੱਚ ਅਸੀਂ ਪੰਜਾਬ ਵੱਲੋਂ ਆਪਣੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਵੱਲੋਂ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਸਾਰੇ ਪੰਜਾਬ ਦੇ ਮਜ਼ਦੂਰਾਂ ਨੂੰ ਇਹ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਕੱਲ 10 ਤਰੀਕ ਤੋਂ ਮੰਡੀ ਵਿੱਚ ਕੋਈ ਕਿਸੇ ਕਿਸਮ ਦਾ ਕੰਮ ਨਹੀਂ ਕਰਾਂਗੇ ਜਿੰਨਾ ਤੱਕ ਸਾਡੀ ਇਹ ਮਜ਼ਦੂਰੀ ਦੀ ਪਾਲਿਸੀ ਕਲੀਅਰ ਨਹੀਂ ਹੁੰਦੀ। ਮਤਲਬ ਕੱਲ ਤੋਂ ਹੜਤਾਲ ਰਹੇਗੀ ਮਜ਼ਦੂਰਾਂ ਦੀ? ਸਾਡੀ ਪੂਰੀ ਹੜਤਾਲ ਹੈ। ਆੜਤੀ ਵਰਗ ਆਪਣਾ ਫੈਸਲਾ ਜੋ ਵੀ ਲੈਂਦੇ ਆ ਉਹ ਵੀ ਅੱਜ ਲੈ ਰਹੇ ਆ ਵੀ ਅੱਜ ਉਹਨਾਂ ਦੀ CM ਨਾਲ ਮੀਟਿੰਗ ਹੈ, ਸੁਣਨ 'ਚ ਆਇਆ, TV 'ਚ ਵੀ ਦੇਖਿਆ। ਉਹ ਕੀ ਕਰਦੇ ਕੀ ਨਹੀਂ ਕਰਦੇ ਸਾਨੂੰ ਨਹੀਂ ਪਤਾ। ਸਾਡੇ ਮਜ਼ਦੂਰਾਂ ਵੱਲੋਂ ਕੱਲ 10 ਤਰੀਕ ਤੋਂ ਪੰਜਾਬ ਦੀ ਹਰ ਮੰਡੀ ਬੰਦ ਹੈ ਜੀ। ਬੰਦ ਹੈ? ਹਾਂਜੀ। ਮਤਲਬ ਅਗਰ ਕਿਸਾਨ ਫਸਲ ਲੈ ਕੇ ਆਉਂਦਾ, ਤੁਸੀਂ ਨਹੀਂ ਚੁੱਕੋ? ਅਸੀਂ ਬਿਲਕੁਲ ਉਹਨੂੰ ਹੱਥ ਨਹੀਂ ਲਾਵਾਂਗੇ, ਉਹਨੂੰ ਲਾਵਾਂਗੇ ਵੀ ਨਹੀਂ, ਔਰ ਉਹਨੂੰ ਛਾਨਾਂਗੇ ਨਹੀਂ, ਬਣਾਵਾਂਗੇ ਨਹੀਂ, ਬੋਰੀਆਂ 'ਚ ਨਹੀਂ ਭਰਾਂਗੇ, ਕੋਈ ਕੰਮ ਨਹੀਂ ਕਰਾਂਗੇ ਜਿੰਨਾ ਤੱਕ ਪਾਲਿਸੀ ਕਲੀਅਰ ਨਹੀਂ ਹੁੰਦੀ। ਮਜ਼ਦੂਰ ਦੀ ਮਜ਼ਦੂਰੀ ਖਤਮ ਹੈ ਕੱਲ? ਬਿਲਕੁਲ ਸਾਡੀ ਮਜ਼ਦੂਰੀ ਜਿੰਨਾ ਕਨ ਪਾਲਿਸੀ ਜਿਹੜੀ ਸਰਕਾਰ ਮੰਡੀ ਬੋਰਡ ਵੱਲੋਂ ਸਾਨੂੰ ਪ੍ਰਾਈਸ ਇੰਡੈਕਸ ਨਾਲ ਦਿੱਤੀ ਮਜ਼ਦੂਰੀ, ਜਿਹੜੀ 12 ਰੁਪਏ ਕਿੰਨੇ ਪੈਸੇ, 6 ਰੁਪਏ ਕਿੰਨੇ ਪੈਸੇ ਖਰੀਦਦਾਰ ਵੱਲੋਂ, 6 ਰੁਪਏ ਕਿੰਨੇ ਪੈਸੇ ਕਿਸਾਨ ਵੱਲੋਂ, ਨਹੀਂ ਪੂਰੀ ਮਿਲਦੀ। ਉਹਦੀ ਪਾਲਿਸੀ ਕੀ ਸਰਕਾਰ ਨਹੀਂ ਬਣਾਉਂਦੀ, ਉਹਨਾਂ ਤੱਕ ਸਾਡਾ ਮਜ਼ਦੂਰ ਅਣਮਿੱਥੇ ਸਮੇਂ ਲਈ ਕੱਲ ਤੋਂ 10 ਤਰੀਕ ਤੋਂ ਹੜਤਾਲ ਤੇ ਜਾਣਾ। ਫਿਰ ਕਣਕ ਕਿਵੇਂ ਚੁੱਕੀ ਜਾਏਗੀ ਨਾ? ਕਣਕ ਨਹੀਂ ਚੁੱਕੀ ਜਾਏਗੀ, ਇਹਦੇ ਵਿੱਚ ਅਸੀਂ ਜ਼ਿੰਮੇਵਾਰ ਨਹੀਂ, ਲੇਕਿਨ ਅਸੀਂ ਆਪਣੀ 6 ਰੁਪਏ ਕਿੰਨੇ ਪੈਸੇ ਬੋਰੀ ਘੱਟ ਨਹੀਂ ਲੈ ਸਕਦੇ। ਅਸੀਂ ਤੇ 12 ਰੁਪਏ ਕਿੰਨੇ ਪੈਸੇ ਲੈ ਕੇ ਮਹਾਂ ਘਰਾਂ ਦੇ ਗੁਜ਼ਾਰੇ ਕਰਦੇ ਆ। 24 ਘੰਟੇ ਸਾਡੀ ਲੇਬਰ ਕੰਮ ਕਰਨ ਵਾਲੀ, ਦਿਨ ਰਾਤ ਅਸੀਂ ਕੰਮ ਕਰਦੇ ਆ। ਰਾਤ 2 ਵਜੇ ਟਰਾਲੀ ਆ ਜੇ ਤਾਂ ਵੀ ਕਰਨਾ, 12 ਵਜੇ ਆ ਜੇ ਤਾਂ ਵੀ ਕਰਨਾ। ਕੋਈ ਰੋਟੀ ਦਾ ਟਾਈਮ ਨਹੀਂ, ਕੋਈ ਪਾਣੀ ਦਾ ਟਾਈਮ ਨਹੀਂ। ਤੇ ਜੇ ਮਜ਼ਦੂਰੀ ਅਸੀਂ ਅੱਧੀ ਲੈਣੀ ਹੈ ਤੇ ਫਿਰ ਉਹਦੇ ਨਾਲੋਂ ਨਾ ਕੰਮ ਕਰਨਾ ਚੰਗਾ।
ਆੜਤੀ ਵਰਗ ਵੀ ਸਾਡੇ ਨਾਲ ਮੌਜੂਦ ਨੇ, ਕਿਸਾਨ ਵੀ ਸਾਡੇ ਨਾਲ ਕੁਝ ਇੱਕ ਦੋ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਆੜਤੀ ਸਾਹਿਬਾਨ ਵੀ ਨੇ। ਸਰ ਕੀ ਕਹਿਣਾ ਚਾਹੋਗੇ, ਕਿਉਂਕਿ ਜਿਸ ਤਰੀਕੇ ਦਾ ਫਰਮਾਨ ਹੈ ਕਿ ਡਾਇਰੈਕਟ ਪੇਮੈਂਟ, ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਦਾ ਸਸ਼ਕਤੀਕਰਨ ਹੋਏਗਾ, ਕਿਸਾਨਾਂ ਨੂੰ ਸਿੱਧੇ ਜਦੋਂ ਪੈਸੇ ਜਾਣਗੇ ਉਹਨਾਂ ਦੇ ਯੂਜ਼ 'ਚ ਆਉਣਗੇ। ਦੇਖੋ ਜੀ, ਇਹ ਸਰਕਾਰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਰਹੀ ਹੈ। ਸਰਕਾਰ ਦੀ ਸਿੱਧੀ ਨੀਤੀ ਮੰਡੀਕਰਨ ਨੂੰ ਖਤਮ ਕਰਨ ਦੇ ਵਿੱਚ ਹੈ। ਦੇਖੋ ਜੀ, 2007 ਦੇ ਵਿੱਚ ਹਾਈ ਕੋਰਟ ਦਾ ਫੈਸਲਾ ਆਇਆ ਕਿ ਕਿਸਾਨ ਦੀ ਮਰਜ਼ੀ ਹੈ, ਚਾਹੇ ਉਹ ਡਾਇਰੈਕਟ ਪੇਮੈਂਟ ਆੜਤੀ ਕੋਲ ਲੈ ਲੇ, ਚਾਹੇ ਉਹ ਸਿੱਧੀ ਅਦਾਇਗੀ ਕਰਵਾ ਲੇ। ਇਹ ਤਾਂ ਜੀ ਕਿਸਾਨ ਦੀ ਮਰਜ਼ੀ ਆ, ਕੋਈ ਕਿਸ ਤਰ੍ਹਾਂ ਲੈਣਾ ਚਾਹੁੰਦਾ, ਉਹਦੇ ਉੱਪਰ ਥੋਪਿਆ ਕਿਉਂ ਜਾ ਰਿਹਾ। ਮੰਡੀ ਤੇ ਕੀ ਇੰਪੈਕਟ ਆਏਗਾ? ਮੰਡੀ ਦਾ ਇੰਪੈਕਟ ਬਹੁਤ ਗਲਤ ਆਏਗਾ ਜੀ। ਦੇਖੋ, ਸਾਡੇ ਪੰਜਾਬ ਪ੍ਰਧਾਨ ਜੀ ਨੇ, ਸਾਡੀ ਮੀਟਿੰਗ ਹੋਈ ਸੀ ਬਾਗੇ ਪੁਰਾਣੇ, ਉਹਦੇ ਵਿੱਚ ਅਸੀਂ ਫੈਸਲਾ ਲਿਆ ਕਿ ਜਿੰਨੀ ਦੇਰ ਤੱਕ ਸਾਡਾ ਪੁਰਾਣਾ ਸਿਸਟਮ ਜਿਹੜਾ ਨਹੀਂ ਚੱਲਦਾ, ਜਿਹੜਾ 17 ਸਾਲਾਂ ਤੋਂ ਚੱਲਦਾ ਪਿਆ, ਜੇ ਉਸੇ ਤਰ੍ਹਾਂ ਸਿਸਟਮ ਨਾ ਚੱਲਿਆ ਤਾਂ ਅਸੀਂ ਪੂਰਨ ਤੌਰ ਤੇ ਹੜਤਾਲ ਤੇ ਜਾਵਾਂਗੇ ਜੀ। ਮੰਡੀਆਂ ਜਿਹੜੀਆਂ ਨੇ ਕੱਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ, ਤਾਂ ਕੱਲ ਫਿਰ ਕਿਸ ਤਰ੍ਹਾਂ ਤੁਸੀਂ ਖਰੀਦ ਕਰੋਗੇ ਕਿ ਨਹੀਂ ਕਰੋਗੇ, ਜਾਂ ਕਰੋਗੇ ਤੇ ਕਿਸ ਤਰ੍ਹਾਂ ਕਰੋਗੇ? ਨਹੀਂ ਜੀ, ਫਿਲਹਾਲ ਸਾਡੇ ਪੰਜਾਬ ਪ੍ਰਧਾਨ ਵੱਲੋਂ ਇਹ ਆਦੇਸ਼ ਜਾਰੀ ਹੈ ਜੀ, ਸਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੂਰਨ ਤੌਰ ਤੇ ਹੜਤਾਲ ਰਹੇਗੀ ਜੀ। ਅਸੀਂ ਕੋਈ ਨਾ ਜੱਟ ਦੀ ਟਰਾਲੀ ਲਾਵਾਂਗੇ, ਔਰ ਨਾ ਹੀ ਦੇਖੋ, ਤੁਸੀਂ ਲੇਬਰ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ, ਲੇਬਰ ਵੀ ਕੰਮ ਕਰਨ ਨੂੰ ਤਿਆਰ ਨਹੀਂ, ਆੜਤੀ ਵੀ ਕੰਮ ਕਰਨ ਨੂੰ ਤਿਆਰ ਨਹੀਂ। ਜਿੰਨੀ ਦੇਰ ਤੱਕ ਸਰਕਾਰ ਕੋਈ ਇਸ ਮਸਲੇ ਦਾ ਹੱਲ ਨਹੀਂ ਕਰਦੀ, ਅਸੀਂ ਉਨੀ ਦੇਰ ਤੱਕ ਕਿਸੇ ਵੀ ਟਰਾਲੀ ਨੂੰ ਹੱਥ ਨਹੀਂ ਲਾਵਾਂਗੇ ਜੀ। ਕਿਸਾਨ ਵੀ ਨੇ ਸਾਡੇ ਨਾਲ, ਜਿਹੜੇ ਨੇ ਕੁਝ ਕਿਸਾਨ ਵਰਗ ਦੇ ਲੋਕ ਵੀ ਆਏ ਨੇ, ਤਾਂ ਉਹਨਾਂ ਨੂੰ ਦਿੱਕਤਾਂ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਅਸੀਂ ਗੱਲ ਕਰਾਂਗੇ, ਕਿਸਾਨ, ਇੱਕ ਨੌਜਵਾਨ ਕਿਸਾਨ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਰ, ਤੁਸੀਂ ਅੱਜ ਮੰਡੀ 'ਚ ਆਏ ਸੀ ਤਾਂ ਕਿ ਕੱਲ ਤੁਸੀਂ ਆਪਣੀ ਫਸਲ ਲਿਆ ਸਕੋ, ਲੇਕਿਨ ਬਤੌਰ ਕਿਸਾਨ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਕੱਲ ਤੁਸੀਂ ਫਸਲ ਲਿਆਓਗੇ ਤਾਂ ਜਿੱਦਾਂ ਆੜਤੀ ਸਾਹਿਬਾਨ ਨੇ ਕਹਿਤਾ ਸਾਡੀ ਹੜਤਾਲ ਹੈ, ਮਜ਼ਦੂਰ ਕਹਿੰਦਾ ਅਸੀਂ ਮਜ਼ਦੂਰੀ ਨਹੀਂ ਕਰਾਂਗੇ, ਤੇ ਫਿਰ ਤੁਹਾਡੀ ਫਸਲ ਦਾ ਕੀ ਬਣੂ? ਦੇਖੋ ਜੀ, ਤਕਰੀਬਨ ਬਚਪਨ ਤੋਂ ਮੈਂ ਖੇਤੀ ਕਰ ਰਿਹਾ, ਔਰ ਸਾਡਾ ਕਿਸਾਨਾਂ ਦਾ ਇੱਕ ਅਨੋਖੜਵਾਂ ਅੰਗ ਹੈ ਆੜਤੀ ਵਰਗ ਔਰ ਮਜ਼ਦੂਰ ਵਰਗ। ਜਦੋਂ ਤੋਂ ਅਸੀਂ ਇੱਥੇ ਫਸਲ ਲੈ ਕੇ ਆ ਰਹੇ ਹਾਂ, ਜ਼ਾਹਿਰ ਜੀ ਗੱਲ ਹੈ ਕਿ ਮਜ਼ਦੂਰ ਫਸਲ ਦੀ ਢੇਰੀ ਨੂੰ ਤਿਆਰ ਕਰਦੇ ਨੇ ਅਤੇ ਆੜਤੀ ਉਸ ਨੂੰ ਬਹੁਤ ਵਧੀਆ ਭਾਅ ਦੇ ਨਾਲ ਵੇਚਦੇ ਨੇ। ਜਦੋਂ ਕਿਤੇ ਸਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਆ, ਅਸੀਂ ਆ ਕੇ ਦੇਖੋ, ਮੈਂ ਜਾਣਿਆ ਉਹ ਵਿਸ਼ਾ ਅਸੀਂ ਦੇਖ ਚੁੱਕੇ ਹਾਂ, ਲੇਕਿਨ ਕੱਲ ਤੋਂ ਜਿਸ ਤਰੀਕੇ ਨਾਲ ਉਹਨਾਂ ਨੇ ਆਖਿਆ ਗਿਆ ਹੈ ਕਿ ਸਰਕਾਰ ਡਾਇਰੈਕਟ ਪੇਮੈਂਟ ਤੁਹਾਨੂੰ ਦੇਣ ਜਾ ਰਹੀ, ਕਿਸਾਨਾਂ ਨੂੰ ਤੁਹਾਡੇ ਖਾਤਿਆਂ 'ਚ ਪੈਸੇ ਆਣਗੇ, ਲੇਕਿਨ ਮਜ਼ਦੂਰ ਅਗਰ ਹੜਤਾਲ ਤੇ ਰਹਿੰਦਾ ਹੈ ਤੇ ਤੁਸੀਂ ਫਸਲ ਲੈ ਕੇ ਆਓਗੇ ਕਿ ਨਹੀਂ? ਜੀ ਦੇਖੋ, ਕਾਫੀ ਕਿਲੋਮੀਟਰ ਸਫ਼ਰ ਕਰਕੇ ਮੈਂ ਦਰਅਸਲ ਪੁੱਛਣ ਹੀ ਆਇਆ ਸੀ ਕਿ ਕੱਲ ਨੂੰ ਫਸਲ ਲੈ ਕੇ ਆਵਾਂ। ਸੋ ਆੜਤੀ ਸਾਹਿਬਾਨ ਨੇ ਦੱਸਿਆ ਕਿ ਅੱਜ ਪੂਰਨ ਤੌਰ ਤੇ ਹੜਤਾਲ ਹੈ। ਸੋ ਦੇਖੋ ਜੀ, ਕਾਫੀ ਸਾਰੀ ਮਜ਼ਦੂਰੀ ਦੇ ਕੇ ਅਸੀਂ ਫਸਲ ਵਢਾਣੀ ਹੈ, ਔਰ ਵਢਾਉਣ ਤੋਂ ਬਾਅਦ ਜਦੋਂ ਇੱਥੇ ਲੈ ਕੇ ਆਏ, ਜਦੋਂ ਸਾਡੀ ਕੋਈ ਫਸਲ ਹੀ ਨਹੀਂ ਚੱਕਣੀ, ਸੋ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਕਿਸਾਨਾਂ ਵਾਸਤੇ ਵੀ ਕਿ ਦੇਖੋ, ਜੇਕਰ ਸਾਡੀ ਕੋਈ ਫਸਲ ਹੀ ਨਹੀਂ ਚੱਕੀ ਜਾ ਰਹੀ ਤੇ ਅਸੀਂ ਫਸਲ ਲੈ ਕੇ ਕਿੱਥੇ ਜਾਵਾਂਗੇ। ਸਭ ਤੋਂ ਵੱਡਾ ਇਸ਼ੂ ਕਿ ਅਸੀਂ ਫਸਲ ਲੈ ਕੇ ਕਿੱਥੇ ਜਾਵਾਂਗੇ, ਬੇਕਦਰੀ ਹੋਏਗੀ, ਬੇਕਦਰੀ ਹੋਏਗੀ ਜੀ। ਪੂਰਨ ਮਜ਼ਦੂਰ ਦਾ ਰੋਲ ਹੈ, ਮਜ਼ਦੂਰ ਜਿਸ ਤਰੀਕੇ ਨਾਲ ਮਜ਼ਦੂਰ, ਦੇਖੋ ਜੀ, ਮਜ਼ਦੂਰ ਦਾ ਸਭ ਤੋਂ ਵੱਡਾ ਰੋਲ ਇਹੀ ਹੈ ਕਿ ਜੇਕਰ ਸਾਡੀ ਜਦੋਂ ਅਸੀਂ ਫਸਲ ਲੈ ਕੇ ਆਨੇ ਆ, ਔਰ ਮਜ਼ਦੂਰ ਇੱਥੇ ਜੇਕਰ ਸਾਡੀ ਢੇਰੀ ਨਹੀਂ ਬਣਾਏਗਾ, ਸ਼ਨਾਈ ਨਹੀਂ ਕਰੇਗਾ, ਤੇ ਸਾਡੀ ਫਸਲ ਚੁੱਕੀ ਕਿੱਦਾਂ ਜਾਵੇਗੀ, ਉਸ ਨੂੰ ਚੁਕਾਏਗਾ ਕੌਣ? ਜੇਕਰ ਮਜ਼ਦੂਰ ਔਰ ਆੜਤੀ ਪੂਰਨ ਤੌਰ ਤੇ ਹੜਤਾਲ ਤੇ ਜਾ ਰਹੇ ਨੇ, ਔਰ ਸਾਡੀ ਫਸਲ ਨੂੰ ਲੈ ਕੇ ਕੌਣ ਜਾਏਗਾ? ਜੀ ਸ਼ੁਕਰੀਆ। ਸਰਕਾਰ ਦੁਆਰਾ ਮੈਂ ਇਹ ਜ਼ਰੂਰ ਸਵਾਲ ਕਰਦਾ ਕਿ ਸਾਡੀ ਫਸਲ ਨੂੰ ਅਖੀਰਕਾਰ ਚੱਕੇਗਾ ਕੌਣ ਤੇ ਕਿਵੇਂ ਲੈ ਕੇ ਜਾਏਗਾ? ਸ਼ੁਕਰੀਆ। ਤਾਂ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਮੰਡੀਆਂ ਦੀ ਨੇ, ਤਾਂ ਇਹਨਾਂ ਮੰਡੀਆਂ 'ਚ ਕੱਲ ਤੋਂ ਕਣਕ ਆਣੀ ਸ਼ੁਰੂ ਹੋਣੀ ਹੈ, ਲੇਕਿਨ ਕਣਕ ਆਉਣ ਤੋਂ ਪਹਿਲਾਂ ਹੀ ਜਿਹੜੀ ਜਥੇਬੰਦੀ, ਆੜਤੀ ਜਥੇਬੰਦੀ ਜਾਂ ਮਜ਼ਦੂਰ ਜਥੇਬੰਦੀ ਹੈ, ਉਹਨਾਂ ਵੱਲੋਂ ਜਿਹੜਾ ਫੈਸਲਾ ਕਰ ਲਿੱਤਾ ਗਿਆ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਉਹ ਫਸਲ ਨਹੀਂ ਚੱਕਣਗੇ। ਤਾਂ ਜੱਟ ਆਪਣੇ ਇਹਨਾਂ ਟਰੈਕਟਰਾਂ 'ਚ ਆਉਣਗੇ, ਪਰ ਇਹਨਾਂ ਟਰੈਕਟਰਾਂ 'ਚ ਆ ਕੇ ਕੱਲ ਜੱਟਾਂ ਨੂੰ ਜਿਹੜਾ ਕਿ ਇੱਕ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ, ਕਿਉਂਕਿ ਜਿਹੜਾ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕੀਤੀ ਜਾਂਦੀ ਹੈ, ਉਹ ਕਿਸਾਨ ਮਜ਼ਦੂਰ ਏਕਤਾ ਦੀ ਕੱਲ ਜਿਹੜੇ ਇੱਕ ਨਾਰਾ ਲੱਗਦਾ ਸੀ, ਉਸ ਦੀ ਪਹਿਲੀ ਝਲਕ ਨਜ਼ਰ ਨੂੰ ਮਿਲਣਗੀ। ਕਿਉਂਕਿ ਜਿਸ ਤਰੀਕੇ ਨਾਲ ਮਜ਼ਦੂਰਾਂ ਵੱਲੋਂ ਆਖਿਆ ਗਿਆ ਹੈ ਕਿ ਉਹਨਾਂ ਨੂੰ ਮਜ਼ਦੂਰੀ ਦਊਗਾ ਕੌਣ, ਸੁਭਾਵਕ ਹੈ ਕਿ 100-100 200 ਰੁਪਏ ਲੈਣ ਜੱਟਾਂ ਦੇ ਘਰਾਂ 'ਚ ਨਹੀਂ ਜਾਣਗੇ, ਕਿਸਾਨਾਂ ਕੋਲ ਨਹੀਂ ਜਾਣਗੇ। ਤਾਂ ਇਸ ਤੋਂ ਇਲਾਵਾ ਜਿਹੜਾ ਹੈ ਆੜਤੀ ਵਰਗ ਵੱਲੋਂ ਕਿਹਾ ਗਿਆ ਹੈ ਕਿ ਡਾਇਰੈਕਟ ਪੇਮੈਂਟ ਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ, ਤਾਂ ਕਿ ਅਦਾਇਗੀ ਕਿਵੇਂ ਹੋਏਗੀ, ਫਸਲ ਚੁੱਕੀ ਕਿਵੇਂ ਜਾਏਗੀ। ਤਾਂ ਕੇਂਦਰ ਸਰਕਾਰ ਵੱਲੋਂ ਕੋਰੀ ਨਾ, ਆੜਤੀ ਮਜ਼ਦੂਰ ਹੜਤਾਲ ਤੇ, ਪਰ ਮੰਡੀਆਂ ਦੀ ਸਥਿਤੀ ਬੇਕਾਬੂ। ਤਾਂ ਪੰਜਾਬ ਵਾਸਤੇ ਸਭ ਤੋਂ ਵੱਡਾ ਚੈਲੰਜ ਹੈ ਕਿ ਏਡੀ ਵੱਡੇ ਪੱਧਰ ਦੇ ਉੱਤੇ ਕਣਕ ਜਿਹੜੀ ਆ ਰਹੀ ਹੈ, ਉਹਨੂੰ ਚੁੱਕੂਗਾ ਕੌਣ, ਕਿਵੇਂ ਚੁੱਕਿਆ ਜਾਏਗਾ, ਕੌਣ ਚੁੱਕੂਗਾ। ਤਾਂ ਕਿਸਾਨਾਂ ਵਾਸਤੇ ਮੁਸ਼ਕਲ ਬੜਾ ਸਮਾਂ ਹੈ, ਕਿਉਂਕਿ ਉਹਨਾਂ ਦੀ ਫਸਲ ਜੇ ਚੁੱਕੀ ਨਹੀਂ ਜਾਏਗੀ ਤਾਂ ਉਹਨਾਂ ਨੂੰ ਪੇਮੈਂਟ ਨਹੀਂ ਹੋਏਗੀ। ਅਗਰ ਪੇਮੈਂਟ ਨਹੀਂ ਹੋਏਗੀ ਤਾਂ ਕਿਸਾਨ ਖੁਸ਼ਹਾਲ ਕਿਵੇਂ ਹੋਏਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੇਚਾ ਹੁਣ ਦਿੱਲੀ ਦੇ ਬਾਰਡਰਾਂ ਤੋਂ ਇਹਨਾਂ ਮੰਡੀਆਂ 'ਚ ਆਊਗਾ। ਇਹਨਾਂ ਮੰਡੀਆਂ 'ਚ ਕਿਤੇ ਨਾ ਕਿਤੇ ਕਿਸਾਨ, ਆੜਤੀ ਆਪਸ 'ਚ ਹੀ ਕਿਤੇ ਨਾ ਕਿਤੇ ਗੁੱਥਮ ਗੁੱਥੀ ਵੀ ਹੁੰਦੇ ਨਜ਼ਰ ਆਉਣਗੇ, ਪਰ
ਲੜਾਈ ਸਰਕਾਰ ਦੇ ਨਾਲ ਹੈ, ਪਰ ਹੁਣ ਸਰਕਾਰ ਇਸ ਮਾਮਲੇ 'ਚ ਕੀ ਸੋਚਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।